उस वेले श्री हरमंदर साहब दे विच जिहड़ा श्री गुरु ग्रंथ साहब प्रकाश किया होया सी, उस प्रकाश किए हुए हरमंदर साहब दे जिहड़ा गुरु ग्रंथ साहब सी उहदे विच गोली लगी। गुरु ग्रंथ जी मानियो प्रगट करा। जे उस देह विच भी जदों गोली लगी हो ते कितना वड्डा जुल्म उस वेले तशद्दद जिहड़ा वो पीड़ा सी किद्दां चली होएगी। उन्नीस सौ 84 ਆਪਰੇਸ਼ਨ ਬਲਿਊ ਸਟਾਰ ਦੀ ਬਰਸੀ ਪਿਛਲੇ 37 ਸਾਲਾਂ ਤੋਂ ਹਰ ਸਾਲ ਆਉਂਦੀ ਰਹੀ, ਪਰ ਇਸ ਵਾਰ ਬਦਲੀ ਸਿਆਸੀ ਹਵਾ ਨੂੰ ਭਾਪ ਨੁਮਾਇੰਦਾ ਸਿੱਖ ਸੰਸਥਾ ਇਸ ਦੁਖਾਂਤ ਨੂੰ ਜਿਸ ਤਰੀਕੇ ਪੇਸ਼ ਕਰ ਰਹੀਆਂ ਹਨ ਜਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ ਸਵਾਲ ਉੱਠਣੇ ਲਾਜ਼ਮੀ ਹਨ ਕਿ ਕੀ ਆਪਣੇ ਸਿਆਸੀ ਆਕਾਮਾਂ ਦੀ ਰਜਾ ਵਿੱਚ ਇਸ ਵਾਰ ਸਿੱਖ ਕੌਮ ਉੱਪਰ ਝੁੱਲੇ ਇਸ ਕਹਿਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਦੇ ਸਿਆਸੀ ਸਰਪ੍ਰਸਤ ਮੁਕੱਦਸ ਅਸਥਾਨ ਤੇ ਗੋਲੀਆਂ ਦੇ ਨਿਸ਼ਾਨ ਮਿਟਾ ਇਸ ਕਹਿਰ ਦੀਆਂ ਯਾਦਾਂ ਨੂੰ ਇਤਿਹਾਸ ਵਿੱਚੋਂ ਖਾਰਜ ਕਰਨ ਲਈ ਮਸ਼ਰੂਫ ਰਹੇ ਅਤੇ ਹੁਣ SGPC 1984 ਦੇ ਘੱਲੂ ਘਾਰੇ ਵਿੱਚ ਜ਼ਖਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੰਗਤ ਦੇ ਸਾਹਮਣੇ ਦਰਸ਼ਨ ਕਰਨ ਲਈ ਲਿਆ ਰਹੀ ਹੈ। 37 ਸਾਲ ਇਹਨਾਂ ਨੂੰ ਯਾਦ ਕਿਉਂ ਨਹੀਂ ਆਈ, ਇਹ ਇੱਕ ਵੱਡੇ ਸਵਾਲ ਹਨ। ਜੂਨ 1984 ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਵਹਿਸ਼ਿਆਨਾ ਢੰਗ ਨਾਲ ਕੀਤੇ ਗਏ ਫੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਪਾਵਨ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਹ ਫੈਸਲਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿੱਚ ਲਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ 1984 ਦੇ ਘੱਲੂ ਘਾਰੇ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਇਹ ਉਹ ਰਿਸਦਾ ਜ਼ਖਮ ਹੈ ਜੋ 37 ਸਾਲ ਬਾਅਦ ਵੀ ਪੀੜਾਮਈ ਹੈ। ਇਸ ਘੱਲੂ ਘਾਰੇ ਨਾਲ ਜੁੜੀਆਂ ਮੌਜੂਦਾ ਨਿਸ਼ਾਨੀਆਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਕੌਮ ਤੇ ਹੋਏ ਜ਼ੁਲਮਾਂ ਨੂੰ ਯਾਦ ਰੱਖ ਸਕਣ। इतिहास कदी माफ नहीं कर सकता। जदों हरमंदर साहब दे सारे आले दुआले फौजां नूं घेरा पा दिता कांग्रेस दी उस वेले दी भारत सरकार ने, कांग्रेस सरकार ने छाननी कर दिता। हरमंदर साहब दे दुआले सारा जो हरमंदर साहब दा इमारत सुंदर इमारत जो पत्तरे सोने दे सन छाननी हो गए। उस वेले श्री हरमंदर साहब दे विच जिहड़ा श्री गुरु ग्रंथ साहब प्रकाश किया होया सी, उस प्रकाश किए हुए हरमंदर साहब दे जिहड़ा गुरु ग्रंथ साहब सी उहदे विच गोली लगी। सानू बड़े चिरां तो ये लोगों के टैलीफोन आ रहे हैं, बड़े समय तो। कल मैं उचेचे तौर पर जिम्मेवारी समझते हुए पहला आप दर्शन कर गए। वो हालात वेख के मैं तो सच दसा इन्ना मन तड़फिया कि हे सच्चे पातशाह, जिस घर चो असी सुख लैन आने हैं, जिस घर चो असी मौत का डर गवाउण वास्ते आने हैं, जिस घर विचों असी जिंदगी लैने हैं, उस गुरु दे देह विच जिहनूं गुरु साहब ने गुरु साहब जी की देह कह के सानूं गुरु मानियो ग्रंथ, गुरु ग्रंथ जी मानियो प्रगट करांगे। जे उस देह विच भी जदों गोली लगी हो ते कितना वड्डा जुल्म उस वेले तशद्दद जिहड़ा वो पीड़ा सी किद्दां चली होएगी। अंतरिम कमेटी ने फैसला किया है कि घੱਲੂ ਘਾਰੇ दौरान जख्मी होए श्री गुरु ग्रंथ साहब जी के पावन स्वरूप समेत होर निशानियां नूं संगत सामने लिआंदा जावे। सारिਆਂ ने विचार की कि किसी ढंग नाल साहब श्री गुरु ग्रंथ साहब जी के दर्शन संगत नूं कराए जाण कि उस वेले निर्दयी जो कांग्रेस की भारत सरकार सी, केंद्र की सरकार सी, कितना बड़ा जुल्म उन्होंने ढाया। बाकी गल्लां भुलाइयां जा सकदियां, बाकी दुख घट हो सकता है,
ਪਰ ਜੋ ਪੀੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਸ਼ਨ ਕਰਕੇ ਮੇਰੇ ਅੰਦਰ ਲੱਗੀ ਕਿ 90 ਪੰਨੇ ਤੱਕ 90 ਅੰਕ ਤੱਕ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16ਵੀਂ ਅਸ਼ਟਪਦੀ ਦਾ 6ਵੀਂ ਪੌੜੀ ਤੱਕ ਉਹ ਗੋਲੀ ਵਿੱਚ ਫਸ ਗਈ। ਪਹਿਲੇ ਵਿੱਚੋਂ ਖੱਪਾ ਪਾ ਕੇ ਨਿਕਲ ਗਈ, ਅੱਗੇ ਜਾ ਕੇ ਵਿੱਚ ਫਸ ਗਈ। ਜਿਹੜੀ ਗੋਲੀ ਕੱਢੀ ਗਈ ਹੈ ਉਹ ਵੀ ਉੱਥੇ ਰੱਖੀ ਹੋਈ ਹੈ। ਉਸ ਵੇਲੇ ਮੇਰੇ ਮਨ 'ਚ ਇਹ ਸੀ ਵੀ ਅਸੀਂ ਇਹ ਜ਼ਰੂਰ ਦਰਸ਼ਨ ਕਰਾਉਣੇ। ਸ਼ਹੀਦੀ ਹਫ਼ਤੇ ਦੌਰਾਨ ਜ਼ਖਮੀ ਪਾਵਨ ਸਰੂਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸਾਹਿਬ ਬਾਬਾ ਗੁਰਬਖਸ਼ ਸਿੰਘ ਵਿਖੇ 3 ਤੋਂ 5 ਜੂਨ ਤੱਕ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਾਵਨ ਸਰੂਪ 'ਚ ਲੱਗੀ ਗੋਲੀ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਫੌਜੀ ਹਮਲੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਨ੍ਹਾਂ ਸੁਨਹਿਰੀ ਪੱਤਰਿਆਂ ਤੇ ਗੋਲੀਆਂ ਲੱਗੀਆਂ ਸਨ ਨੂੰ ਵੀ ਜਲਦ ਹੀ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਹ ਸੁਨਹਿਰੀ ਪੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੋਰਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣਗੇ ਅਤੇ ਇਸ ਨਾਲ ਹੀ 6ਵੇਂ ਪਾਤਸ਼ਾਹ ਜੀ ਦੇ ਇਤਿਹਾਸਕ ਅਕਾਲਸਰ ਖੂਹ ਦੇ ਦਰਸ਼ਨ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਥੋੜੇ ਦਿਨਾਂ ਅੰਦਰ ਹੀ ਜੂਨ 1984 ਸੰਬੰਧੀ ਬਣਾਈ ਜਾ ਰਹੀ ਸ਼ਹੀਦੀ ਗੈਲਰੀ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਿੱਚ ਢਹਿ ਢੇਰੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡ ਆਕਾਰੀ ਮਾਡਲ ਲਗਾਇਆ ਜਾਵੇਗਾ। ਪਰ ਵੱਡਾ ਸਵਾਲ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਬਾਦਲ ਕੇਂਦਰ ਨਾਲ 9 ਗੁਪਤ ਮੀਟਿੰਗਾਂ ਦਾ ਸੱਚ ਸਾਹਮਣੇ ਰੱਖਣਗੇ। 1984 ਆਪਰੇਸ਼ਨ ਬਲੂ ਸਟਾਰ ਦੀਆਂ ਫਾਈਲਾਂ ਦੇ ਡੀਕਲਾਸੀਫਿਕੇਸ਼ਨ ਲਈ ਆਵਾਜ਼ ਕਿਉਂ ਨਹੀਂ ਚੁੱਕਦੇ? ਉਹ ਆਜ਼ਾਦਾਨਾ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਿਉਂ ਨਹੀਂ ਕਰਦੇ? ਕਿ ਬਾਦਲਾਂ ਦੀ ਅਗਵਾਈ ਵਾਲੀ ਐਸਜੀਪੀਸੀ ਸਿਆਸੀ ਮਫਾਦ ਲਈ ਸਿੱਖ ਸੰਗਤ ਦੇ ਜਜ਼ਬਾਤਾਂ ਨੂੰ ਵਰਤ ਰਹੀ ਹੈ ਜਿਸ ਤਰ੍ਹਾਂ 1997 ਦੀਆਂ ਚੋਣਾਂ ਵੇਲੇ ਕੀਤਾ ਸੀ? ਇਹ ਸਵਾਲ ਤਾਂ ਉੱਠਣੇ ਲਾਜ਼ਮੀ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।